ਧੰਨ ਵਾਹਿਗੁਰੂ ਸਾਹਿਬ ਜੀਓ। ਆਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਈ ਜੀਓ। मैं आशा रखी चित में, मेरा सब दुख गवाए जियो। होवे सिफत खसम दी, नूर अरसों पुरसों चटिए। तुद डिठे सच्चे पातशाह, मल जन्म जन्म दी कटी है। धन वाहिगुरु साहिब जियो। तनासी महला पंजवा, जिसका तन मन धन सब तिसका, सोई सुगड़ सुजानी। तिन्ही सुनिया दुख सुख मेरा, तो बिगनी की खटानी। जी जिसका तन मन धन सब तिसका, सोई सुगड़ सुजानी। तिन्ही सुनिया दुख सुख मेरा, तो बिदनी की खटानी। जी की एक ही पहमानी, अवर जतन कर रहे वो तेरे, तिन तिल नहीं कीमत जानी। रहाओ अमृत नाम निर्मोलक हीरा, गुर दीनो मंतानी। डिगे न डोले दृढ़ कर रहो, पूरन हुए त्रिपतानी। ओए जो बीच हम तुम कछ होते, तिनकी बात बिलानी। अलंकार मिल थैली हुई है, ताते तनिक वखानी। प्रगट्यो जोत सहज सुख शोभा, बाजे अनहद बानी। कहो नानक ने चल कर बांधियो, गुर कियो बंदानी। प्रगट्यो जोत सहज सुख शोभा, बाजे अनहद बानी। कहो नानक ने चल कर बांधियो, गुर कियो बंदानी। वाहिगुरु जी का खालसा, वाहिगुरु जी की फतेह। परम सन्मानयोग सतगुरु साहिब श्री गुरु ग्रंथ साहिब जी की पावन ਅਤੇ पवित्र हजूरी अंदर जुड़ बैठ के दीवाना की हाजरी भर रही गुरु प्यारे गुरु सवारी साध संगत जीओ। सतगुरु की अपार कृपा सदका कि संगत के विच जुड़ बैठन का इस सुभाग का समा प्राप्त होया। सारे ने बड़े प्यार अदब के नाल जो सतगुरु पातशाह जी ने पावन बाणी जो पावन उपदेश हुक्म बख्शिश किए हैं, वो श्रवण किए हैं। अज के जे पावन वचन ने
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਧਨਾਸਰੀ ਰਾਗ ਦੇ ਵਿੱਚ ਦਰਜ ਨੇ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਇਸ ਸ਼ਬਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਰਾਹ ਵਾਲੇ ਬੰਦ ਦੇ ਵਿੱਚ ਕਿਰਪਾ ਕਰਦੇ ਨੇ। ਜੀ ਕੀ ਏਕੈ ਹੀ ਪਹਿਮਾਨੀ। ਜੀ ਤੋਂ ਭਾਵ ਜਿੰਦ, ਏਕੈ ਤੋਂ ਭਾਵ ਇੱਕੋ ਰੱਬ ਦੇ ਕੋਲ, ਮਾਨੀ ਤੋਂ ਭਾਵ ਮੰਨੀ ਜਾਂਦੀ ਹੈ। ਹਰ ਇੱਕ ਮਨੁੱਖ ਦੇ ਅੰਦਰ ਕੋਈ ਨਾ ਕੋਈ ਇੱਛਾ ਹੈ, ਭਾਵੇਂ ਉਹ ਸੰਸਾਰਿਕ ਪਦਾਰਥਾਂ ਦੀ ਹੈ, ਭਾਵੇਂ ਉਹ ਧਾਰਮਿਕ ਮਾਰਗ ਦੇ ਉੱਤੇ ਚੱਲਣ ਦੀ ਹੈ। ਪ੍ਰਭੂ ਦੇ ਮਿਲਾਪ ਦੀ ਜਿਹੜੀ ਇੱਛਾ ਹੈ, ਹੋਰ ਵੀ ਜਿੰਨੀ ਕੁ ਵੀ ਇੱਛਾ ਨੇ, ਗੁਰੂ ਅਰਜਨ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸਾਰੀਆਂ ਕਾਮਨਾਵਾਂ ਨੂੰ, ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਇੱਕੋ ਇੱਕ ਪਰਮਾਤਮਾ ਹੈ। ਮਨੁੱਖ ਦੇ ਅੰਦਰ ਜੋ ਵੀ ਅਰਦਾਸ ਪੈਦਾ ਹੁੰਦੀ ਹੈ, ਜੋ ਵੀ ਇਹ ਕੁਝ ਚਾਹੁੰਦਾ ਹੈ, ਤੇ ਉਸ ਨੂੰ ਪੂਰਨ ਕਰਨ ਦੇ ਸਮਰੱਥ ਇੱਕੋ ਇੱਕ ਰੱਬ ਹੈ। ਤੇ ਗੁਰੂ ਅਰਜਨ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ हे ਮਨੁੱਖ, ਉਹੀ ਪ੍ਰਭੂ ਪਰਮਾਤਮਾ ਹੈ ਜਿਹੜੀ ਤੇਰੀ ਅਰਦਾਸ ਨੂੰ, ਤੇਰੀ ਇੱਛਾ ਨੂੰ ਪੂਰੀ ਕਰ ਸਕਦਾ ਹੈ। ਫਿਰ ਅਗਲੀ ਪੰਕਤੀ ਵਿੱਚ ਕਿਰਪਾ ਕਰਦੇ ਨੇ, ਆਵਰ ਜਤਨ ਕਰ ਰਹੇ ਬਹੁ ਤੇਰੇ। ਆਵਰ ਰੱਬ ਨੂੰ ਛੱਡ ਕੇ ਹੋਰ ਜਿੰਨੇ ਵੀ ਯਤਨ ਮਨੁੱਖ ਕਰਦਾ ਹੈ, ਭਾਵੇਂ ਉਹ ਕੋਈ ਵੀ ਯਤਨ ਹੋ ਸਕਦਾ ਹੈ, ਸੰਸਾਰਿਕ ਤੌਰ ਤੇ ਮਨੁੱਖਾਂ ਦੀ ਟੇਕ ਰੱਖਦਾ ਹੈ, ਜਾਂ ਕੋਈ ਹੋਰ ਮਿੱਥੇ ਹੋਏ ਆਸਰੇ ਬਣਾ ਕੇ ਰੱਖੇ ਹੋਏ ਨੇ। ਜੇ ਤੂੰ ਰੱਬ ਨੂੰ ਛੱਡ ਕੇ ਹੋਰ ਵੀ ਕੋਈ ਆਸਰਾ ਭਾਲਦਾ ਹੈ ਕਿ ਮੇਰੀ ਇੱਛਾ ਉੱਥੇ ਪੂਰੀ ਹੋ ਸਕਦੀ ਹੈ, ਤੇ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਵੀ ਇਹ ਤੂੰ ਆਪਣੇ ਮਨ ਦੇ ਭੁਲੇਖੇ ਦੂਰ ਕਰ ਲੈ। ਅਵਰ ਜਤਨ ਕਰ ਰਹੇ ਬਹੁ ਤੇਰੇ, ਤਿਨ ਤਿਲ ਨਹੀਂ ਕੀਮਤ ਜਾਣੀ। ਜੇ ਤੂੰ ਰੱਬ ਨੂੰ ਛੱਡ ਕੇ ਹੋਰ ਕੋਈ ਆਸਰਾ ਭਾਲ ਰਿਹਾ ਤੇ ਉਹਨਾਂ ਦੀ ਇੱਕ ਤਿਲ ਜਿੰਨੀ ਵੀ ਕੀਮਤ ਨਹੀਂ ਪੈਂਦੀ। ਹੁਣ ਦੇਖੋ, ਮਨ ਦੇ ਵਿੱਚ ਜਿੰਨੀ ਵੀ ਇੱਛਾਵਾਂ ਨੇ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਨ ਧਨਾਸਰੀ ਰਾਗ ਦੇ ਵਿੱਚ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਮਨ ਦੀ ਜੋ ਵੀ ਇੱਛਾ ਹੈ, ਜਿਵੇਂ ਕਿ ਸੰਸਾਰਿਕ ਤੌਰ ਤੇ ਚਾਰ ਪਦਾਰਥ ਮੰਨੇ ਗਏ। ਜੇ ਮਨੁੱਖ ਤੂੰ ਚਾਰੇ ਪਦਾਰਥ ਚਾਹੁੰਦਾ ਹੈ, ਧਰਮ, ਅਰਥ, ਕਾਮ, ਮੋਕਸ਼, ਕਿਉਂਕਿ ਹਰ ਇੱਕ ਮਨੁੱਖ ਦੇ ਅੰਦਰ ਲਾਲਸਾ ਹੈ ਕਿ ਮੈਨੂੰ ਮੁਕਤੀ ਵੀ ਪ੍ਰਾਪਤ ਹੋਵੇ। ਸੰਸਾਰਿਕ ਤੌਰ ਤੇ ਮੈਂ ਆਪਣੇ ਆਰਥਿਕ ਤੌਰ ਤੇ ਮੇਰੀ ਮਜ਼ਬੂਤ ਹੋਵੇ, ਮੈਂ ਧਨ ਦੌਲਤ ਮੇਰੇ ਕੋਲ ਹੋਵੇ, ਤੇ ਉਹ ਧਾਰਮਿਕ ਵਿਅਕਤੀ ਵੀ ਬਣਾਉਣੀ ਚਾਹੁੰਦਾ ਹੈ, ਧਰਮ ਦੇ ਮਾਰਗ ਤੇ ਵੀ ਚੱਲਣਾ ਚਾਹੁੰਦਾ ਹੈ, ਤੇ ਮੋਕਸ਼ ਵੀ ਪ੍ਰਾਪਤ ਕਰਨਾ ਚਾਹੁੰਦਾ ਹੈ। ਧਰਮ, ਅਰਥ, ਕਾਮ ਤੇ ਜਿੰਨੀ ਵੀ ਕਾਮਨਾਵਾਂ ਨੇ, ਹਰ ਇੱਕ ਮਨੁੱਖ ਉਹਨਾਂ ਨੂੰ ਪੂਰੀਆਂ ਕਰਨਾ ਚਾਹੁੰਦਾ ਹੈ। ਪਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਉਹ ਜਿੰਨੇ ਵੀ ਸੁਖ ਨੇ ਉਹਨਾਂ ਨੂੰ ਦੇਣ ਵਾਲਾ ਇੱਕੋ ਇੱਕ ਰੱਬ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਬਸ ਹੈ ਕਾਮ ਤੇਨਾ। ਕਾਮ ਤੇਨ ਲੋਕਾਂ ਨੇ ਮਿੱਥੀ ਹੋਈ ਸੀ ਕਿ ਵੀ ਕਾਮਨਾ ਪੂਰੀ ਕਰਨ ਵਾਲੀ ਹੈ, ਸਵਰਗ ਦੇ ਵਿੱਚ ਰਹਿਣ ਵਾਲੀ ਗਾਂ ਹੈ। ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜੇ ਉਹ ਗਾਂ ਹੈ ਵੀ, ਤੇ ਉਹ ਵੀ ਰੱਬ ਦੇ ਵਸ ਦੇ ਵਿੱਚ ਹੈ, ਉਹ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦਾ। ਜਾ ਕੇ ਬਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀੜੇ। ਇਹ ਮੇਰੀ ਜਿੰਦੇ, ਇਹੋ ਜਿਹੇ ਰੱਬ ਨੂੰ ਧਿਆ, ਇਹੋ ਜਿਹੇ ਰੱਬ ਦੀ ਆਸ ਰੱਖ, ਇਹੋ ਜਿਹੇ ਰੱਬ ਦੀ ਟੇਕ ਆਪਣੇ ਮਨ ਦੇ ਵਿੱਚ ਰੱਖ, ਜਿਹੜਾ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਤਾਂ ਸਰਬ ਸੁਖ ਪਾਵੇਂ ਮੇਰੇ ਮਨਾ। हे ਮੇਰੇ ਮਨਾ, ਤਾਈਓ ਤੂੰ ਸਾਰੇ ਸੁਖ ਪਾ ਸਕਦਾ ਹੈ। ਹੋਰ ਤੂੰ ਆਸਰੇ ਭਾਲ ਕੇ ਸੋਚੇ, ਕਿਉਂਕਿ ਜਿੰਨੇ ਵੀ ਸੰਸਾਰ ਦੇ ਵਿੱਚ ਸੁਖ ਨੇ, ਉਹਨਾਂ ਨੂੰ ਦੇਣ ਵਾਲਾ ਇੱਕੋ ਇੱਕ ਰੱਬ ਹੈ। ਔਰ ਭਗਤ ਕਬੀਰ ਜੀ ਕਹਿੰਦੇ, ਮਹੇ ਮੇਰੇ ਮਨਾ, ਤੂੰ ਕਿਉਂ ਤੁਝੇ ਆਸਰੇ ਭਾਲਦਾ ਫਿਰਦਾ ਹੈ। ਕਬੀਰ ਡਗਮਗ ਕਿਆ ਕਰੇ, ਕਹਾਂ ਡੁਲਾਵੇ ਜੀ। ਇਹ ਕਬੀਰ, ਤੂੰ ਆਪਣੇ ਮਨ ਦੇ ਅੰਦਰ ਕਿਉਂ ਡਗਮਗ ਰੱਖਦਾ ਹੈ, ਕਿਉਂ ਤੂੰ ਰੱਬ ਦੇ ਉੱਤੇ ਪੂਰਨ ਤੌਰ ਤੇ ਯਕੀਨ ਨਹੀਂ ਰੱਖਦਾ। ਕਬੀਰ ਡਗਮਗ ਕਿਆ ਕਰੇ, ਕਹਾਂ ਡੁਲਾਵੇ ਜੀਓ। ਤੂੰ ਕਿਉਂ ਦੂਜੇ ਦੇ ਉੱਤੇ ਆਪਣਾ ਮਨ ਡੋਲਾਉਂਦਾ ਹੈ, ਕਿਉਂ ਤੂੰ ਦੂਜੇ ਦੀ ਆਸ ਲੈ ਕੇ ਆਪਣੀ ਜ਼ਿੰਦਗੀ ਜਿਉਂਦਾ ਹੈ। ਸਰਬ ਸੁਖ ਕੋ ਨਾਇਕੋ, ਰਾਮ ਨਾਮ ਰਸ ਪੀ। ਜੇ ਸਰਬ ਸੁੱਖਾਂ ਨੂੰ ਦੇਣ ਵਾਲਾ ਹੈ, ਉਹਦਾ ਮਾਲਕ ਇੱਕੋ ਇੱਕ ਰੱਬ ਹੈ, ਤੇ ਉਹ ਮਾਲਕ ਪ੍ਰਭੂ ਹੀ ਸਾਰੇ ਸੁੱਖ ਦੇ ਸਕਦਾ ਹੈ, ਕਿਉਂਕਿ ਉਹ ਉਸ ਸਾਰੇ ਸੁੱਖਾਂ ਨੂੰ ਦੇਣ ਦਾ ਮਾਲਕ ਹੈ। ਉਸ ਰੱਬ ਦੇ ਹੁਕਮ ਦੇ ਵਿੱਚ ਸਾਰੇ ਸੁੱਖ ਨੇ।
ਸਤਿਗੁਰ ਪਾਤਸ਼ਾਹ ਜੀ ਸਾਨੂੰ ਇੱਕੋ ਇੱਕ ਪ੍ਰਭੂ ਪਰਮਾਤਮਾ ਦੀ ਆਸ ਦ੍ਰਿੜ ਕਰਾ ਰਹੇ ਨੇ ਕਿ ਇਹ ਮਨੁੱਖ ਤੂੰ ਸਾਰੇ ਆਸਰੇ ਛੱਡ ਦੇ ਔਰ ਇੱਥੋਂ ਤੱਕ ਮਨੁੱਖ ਕੀ ਟੇਕ ਬਿਰਥੀ ਸਭ ਜਾਣ। ਜੇ ਤੂੰ ਕਿਸੇ ਬੰਦੇ ਦੀ ਵੀ ਟੇਕ ਆਪਣੇ ਮਨ ਦੇ ਵਿੱਚ ਰੱਖੀ ਹੋਈ ਹੈ ਤੇ ਗੁਰੂ ਰਾਮਦਾਸ ਅਰਜਨ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਉਹ ਵੀ ਵਿਅਰਥ ਹੈ। ਮਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕ ਹੈ ਭਗਵਾਨ। ਜੇ ਕੁਝ ਦੇਖ ਸਕਦਾ ਹੈ ਉਹ ਰੱਬ ਦੇ ਸਕਦਾ ਹੈ, क्योंकि साचे साहिबा क्या ना ही करते है। हे रब जी तेरे घर दे विच किहड़ी ऐसी वस्तु जे तेरे घर दे विच नहीं है। भाव सारा कुछ जे कुछ प्राप्त हो सकता है वो रब दे कोलों प्राप्त हो सकता है। होर जे तू अपने मन विच कोई आस रखदा है तो कहना कोई तिल मात्र ने तुच्छ ने उन्हां दे कोल ना आनंद प्राप्त हो सकता है ना जीवन का सुख प्राप्त हो सकता है। ਤੇ ਹੁਣ ਪਹਿਲੇ ਬੰਦੇ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਕਿਰਪਾ ਕਰਦੇ ਜਿਸ ਦਾ ਤਨ ਮਨ ਧਨ ਸਭ ਤਿਸ ਦਾ। ਦੇਖੋ ਕਦੀ ਆਪਣੇ ਤਨ ਵੱਲ ਝਾਤ ਮਾਰ ਕੇ ਦੇਖੋ, ਜਦੋਂ ਜਿਹੜਾ ਰੱਬ ਇੰਨਾ ਸੋਹਣਾ ਇੰਨਾ ਸਮਰੱਥ ਸਾਨੂੰ ਸਰੀਰ ਦੇ ਸਕਦਾ ਹੈ ਔਰ ਦੇਖੋ ਇਹਦੀ ਬਨਾਵਟ ਕੀ ਹੈ, ਜਲ ਕੀ ਭੀਤ ਪਵਨ ਦਾ ਖੰਭਾ ਰਕਤ ਖੂਨ ਦਾ ਗਾਰਾ। ਇਸ ਦਾ ਮੁੱਢ ਵੇਖੋ, ਜੇ ਰੱਬ ਇੰਨਾ ਸੋਹਣਾ ਸਰੀਰ ਇੱਕ ਪਾਣੀ ਦੀ ਬੂੰਦ ਤੋਂ ਬਣਾ ਸਕਦਾ ਹੈ ਔਰ ਰਕਤ ਤੇ ਬੂੰਦ ਰਕਤ ਬੂੰਦ ਦਾ ਗਾਰਾ ਲਾ ਕੇ ਉਸਨੂੰ ਸੋਹਣਾ ਸਰੀਰ ਬਣਾ ਸਕਦਾ ਹੈ, ਜਲ ਕੀ ਭੀਤ ਪਵਨ ਦਾ ਖੰਭਾ ਸਵਾਸ ਦੀ ਥੰਮੀ ਦੇ ਕੇ ਸਰੀਰ ਨੂੰ ਰੋਕਿਆ ਹੋਇਆ ਹੈ ਤੇ ਉਸ ਰੱਬ ਤੈਨੂੰ ਕੀ ਨਹੀਂ ਸੀ ਦੇ ਸਕਦਾ। ਕਹਿੰਦੇ ਜਿਸ ਦਾ ਤਨ ਮਨ ਧਨ ਸਭ ਇਸ ਦਾ, ਜਿਹਦਾ ਮਨ ਵੀ ਜਿਸ ਰੱਬ ਦਾ ਹੈ ਧਨ ਵੀ ਜਿਸ ਮਨ ਰੱਬ ਦਾ ਹੈ ਤੇ ਸੋਈ ਸੁਗੜ ਸੁਜਾਨੀ। ਸੋਈ ਉਹ ਰੱਬ ਸੁਗੜ, ਸੁਗੜ ਤੋਂ ਭਾਵ ਜਿਹਦੇ ਉੱਤੇ ਕੋਈ ਦਾਗ ਹੀ ਨਹੀਂ ਹੈ। ਦੇਖੋ ਸੰਸਾਰ ਦੇ ਵਿੱਚ ਕਿਸੇ ਵੀ ਮਨੁੱਖ ਦੇ ਉੱਤੇ ਅਸੀਂ ਆਸ ਰੱਖਦੇ ਹਾਂ, ਇੱਕ ਦਿਨ ਉਹ ਸਾਡੀ ਆਸ ਟੁੱਟ ਜਾਂਦੀ ਹੈ ਜਾਂ ਉਹ ਮਨੁੱਖ ਸਾਡੇ ਮਨ ਤੋਂ ਉਤਰ ਜਾਂਦਾ ਹੈ, ਕਿਉਂਕਿ ਕੋਈ ਨਾ ਕੋਈ ਜੀਵਨ ਵਿੱਚ ਸਾਨੂੰ ਦਾਗ ਦਿਖਾਈ ਦੇ ਜਾਂਦਾ ਹੈ, ਕੋਈ ਨਾ ਕੋਈ ਐਬ ਸਾਨੂੰ ਨਜ਼ਰ ਆ ਜਾਂਦਾ ਹੈ। ਪਰ ਰੱਬ ਨੇ ਦਾ ਹੈ ਸੁਗੜ ਹੈ, ਭਾਵ ਉਸਦੀ ਘਾੜਤ ਨਿਰਮਲ ਹੈ, ਪਵਿੱਤਰ ਹੈ, ਉਹ ਨਿਰੰਜਨ ਹੈ, ਉਹਦੇ ਉੱਤੇ ਕੋਈ ਕਾਲਕ ਨਹੀਂ ਹੈ, ਉਹ ਕਾਲਕ ਤੋਂ ਰਹਿਤ ਹੈ। ਤੇ ਸਤਿਗੁਰ ਕਿਰਪਾ ਸੁਗੜ ਤੇ ਸੁਜਾਨੀ ਸਾਰੇ ਨਾਲੋਂ ਸਿਆਣਾ ਵੀ ਹੈ। ਸਾਨੂੰ ਕੀ ਦੇਣਾ ਹੈ ਕੀ ਨਹੀਂ ਦੇਣਾ ਉਹ ਸਾਰਾ ਕੁਝ ਜਾਣਨ ਵਾਲਾ ਤੇ ਉਹ ਜੇ ਰੱਬ ਦੇ ਅੱਗੇ ਬੇਨਤੀ ਕਰਨੀ ਹੈ। ਤੇ ਅਗਲੀ ਪੰਕਤੀ ਵਿੱਚ ਗੁਰੂ ਅਰਜਨ ਪਾਤਸ਼ਾਹ ਕਿਰਪਾ ਕਰੇ, ਤਿਨੀ ਹੀ ਸੁਣਿਆ ਦੁੱਖ ਸੁੱਖ ਮੇਰਾ। ਜਦੋਂ ਉਸ ਰੱਬ ਨੇ ਮੇਰਾ ਦੁੱਖ ਤੇ ਸੁੱਖ ਸੁਣਿਆ ਤਉ ਬਿਦ ਨੀਕੀ ਘਟਾਨੀ, ਤੇ ਮੇਰੇ ਜੀਵਨ ਜੀਵਨ ਦੀ ਜਿਹੜੀ ਜੁਗਤ ਹੈ ਉਹ ਪਵਿੱਤਰ ਹੋ ਗਈ, ਨਿਰਮਲ ਹੋ ਗਈ। ਹੁਣ ਦੇਖੋ ਸਾਡੇ ਜੀਵਨ ਦੇ ਵਿੱਚ ਦੁੱਖ ਵੀ ਆਉਂਦੇ ਨੇ, ਸੁੱਖ ਵੀ ਆਉਂਦੇ ਨੇ। ਮਨੁੱਖ ਆਪਣੇ ਦੁੱਖ ਸੁੱਖ ਰੱਬ ਨੂੰ ਛੱਡ ਕੇ ਹੋਰ ਅੱਗੇ ਖੋਲਦਾ ਹੈ ਤਾਂ ਪਹਿਲੀ ਗੱਲ ਤਾਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਕਿਸ ਪੈ ਖੋਲੂ ਗੰਠੜੀ ਦੁਖੀ ਭਰ ਆਇਆ। ਮੈਂ ਕਿਹਦੇ ਅੱਗੇ ਆਪਣੀ ਦੁੱਖਾਂ ਦੀ ਗੰਠੜੀ ਖੋਲਾਂ, ਕਿਉਂਕਿ ਸਾਰੇ ਆਪਣੇ ਦੁੱਖਾਂ ਨਾਲ ਭਰੇ ਹੋਏ ਆ। ਮੈਂ ਇੱਕ ਦੁੱਖ ਦੱਸਦਾ ਅਗਲਾ 4 ਬਣਾ ਦਿੰਦਾ। ਫਿਰ ਦੂਜੀ ਗੱਲ, ਜੇ ਮੈਂ ਦੂਜੇ ਨੂੰ ਆਪਣਾ ਸੁੱਖ ਦੱਸਦਾ ਹੈ ਤੇ ਉਹ ਮੇਰੇ ਸੁੱਖ ਨੂੰ ਵੇਖ ਕੇ ਅੰਦਰੋਂ ਹੋ ਸਕਦਾ ਬਾਹਰੋਂ ਤਾਂ ਉਹ ਉਸ ਦਿਖਾਈ ਦੇ ਰਿਹਾ, ਬਾਹਰੋਂ ਤਾਂ ਇਵੇਂ ਲੱਗੇਗਾ ਜਿਵੇਂ ਸਾਨੂੰ ਸੁੱਖ ਦੀ ਵਧਾਈ ਦੇ ਰਿਹਾ, ਪਰ ਕਈ ਵਾਰੀ ਉਹ ਅੰਦਰੋਂ ਸੜ ਰਿਹਾ ਹੁੰਦਾ ਹੈ ਕਿ ਵੀ ਦੇਖੋ ਉਹਨੂੰ ਕੀ ਸੁੱਖ ਆ ਗਿਆ। ਜਾਂ ਫਿਰ ਜੇ ਅਸੀਂ ਆਪਣਾ ਦੁੱਖ ਰੋਂਦੇ ਹਾਂ ਤੇ ਬਾਹਰੋਂ ਬਾਹਰੀ ਤਾਂ ਸਾਨੂੰ ਦਿਖਾਵੇਗਾ ਕਿ ਮੈਨੂੰ ਵੀ ਤੇਰੇ ਦੁੱਖ ਦਾ ਦੁੱਖ ਹੋ ਰਿਹਾ, ਪਰ ਉਹ ਅੰਦਰੋਂ ਖੁਸ਼ੀ ਹੋਈ ਜਾਂਦਾ ਹੈ ਕਿ ਵੀ ਇਹਦੇ ਕੋਲ ਹੁਣ ਠੀਕ ਰਹਿ ਕਿ ਮੈਨੂੰ ਦੁੱਖ ਮਿਲ ਗਿਆ। ਤੇ ਜਿਹਦੇ ਵੀ ਅੱਗੇ ਮਨੁੱਖ ਆਪਣੇ ਦੁੱਖ ਖੋਲੇਗਾ, ਹੁਣ ਦੇਖੋ ਕਈ ਵਾਰੀ ਅਸੀਂ ਇੱਕ ਕਹਾਵਤ ਕਹਿੰਦੇ, ਇੱਕ ਗੱਲ ਕਹਿੰਦੇ ਆ ਕਿ ਵੀ ਜੇ ਮਨੁੱਖ ਦੁੱਖ ਵੰਡਦਾ ਹੈ, ਜੇ ਆਪਣੇ ਦੁੱਖ ਨੂੰ ਦੂਜੇ ਅੱਗੇ ਰੱਖਦਾ ਹੈ ਤੇ ਉਹ ਦੁੱਖ ਘਟ ਜਾਂਦਾ ਹੈ। ਇਹ ਤਾਂ ਕਦੇ ਵੀ ਨਹੀਂ ਹੁੰਦਾ, ਕਿਉਂਕਿ ਮੰਨ ਲਓ ਜੇ ਮੈਨੂੰ ਕੋਈ ਦੁੱਖ ਹੈ, ਮੈਂ ਤੁਹਾਨੂੰ ਆਪਣਾ ਦੁੱਖ ਦੱਸਾਂ ਤੇ ਜੇ ਇੱਕ ਬੰਦਾ ਵੀ ਅੱਗੋਂ ਹੱਸ ਪਿਆ ਤੇ ਮੇਰਾ ਦੁੱਖ ਵੱਧ ਜਾਵੇਗਾ, ਹੋਰ ਜ਼ਿਆਦਾ ਮੈਨੂੰ ਪਰੇਸ਼ਾਨੀ ਹੋਵੇਗੀ ਕਿ ਮੈਂ ਤਾਂ ਆਪਣਾ ਦੁੱਖ ਦੱਸ ਰਿਹਾ ਸੀ ਪਰ ਉਹ ਮੈਨੂੰ ਮਖੌਲ ਬਣਾ ਰਿਹਾ। ਔਰ ਹੁੰਦਾ ਵੀ ਹੈ ਕਈ ਵਾਰੀ ਬੰਦੇ ਉਸਦੇ ਦੁੱਖ ਦਾ, ਬੰਦੇ ਦੇ ਦੁੱਖ ਦਾ ਮਖੌਲ ਬਣਾਉਂਦੇ। ਤੇ ਜੇ ਤੂੰ ਬੰਦਿਆਂ ਦੇ ਅੱਗੇ ਆਪਣੇ ਦੁੱਖ ਰੋਵੇਂਗਾ ਤੇ ਉਹ ਦੁੱਖ ਘਟੇਗਾ ਨਹੀਂ, ਵਧੇਗਾ। ਜੇ ਦੁੱਖ ਨੂੰ ਘਟਾਉਣਾ ਹੈ ਤੇ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਪਹਿਲੇ ਪਦੇ ਦੇ ਵਿੱਚ ਸਾਨੂੰ ਕਿਰਪਾ ਕਰੇ, ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਓ। ਜਿਹਦੇ ਦੁੱਖ ਦੂਰ ਕਰਨ ਦਾ ਇੱਕੋ ਇੱਕ ਸਾਧਨ ਹੈ, ਇਸ ਨੂੰ ਦੱਸਿਆ ਦੁੱਖ ਦੂਰ ਨਹੀਂ ਹੋ ਸਕਦਾ,
तू रब का सिमरन कर, रब नूं सिमरेगा तेरे दुख दूर हो जाएंगे, तेरे अंदरों कलेश मुक जाएंगे। ते गुरु अर्जन पातशाह कृपा करते ने, तिने ही सुनिया दुख सुख मेरा। जदों तू रब नूं अपने दुख सुणावेगा ना, ते रब ने तेरे दुखां नूं दूर करन दा हल तैनूं दस देना। ते दुख दूर कर देने रब ने, ते उस तेरे सुखां नूं सुन के सड़ेगा नहीं, वो खुश होंदा है। क्योंकि जदों भगत खुश होंदे ने ते वो भी अंदरों खिड़ जांदा है, वो भी मनुख नूं वेख के खिड़ जांदा है। वो किसी दे सुख नूं वेख के अंदरों नहीं सड़दा, ते किसी दे दुख नूं वेख के अंदरों खुश नहीं होंदा। वो इहो जिहा परमात्मा है, उस रब नूं अपने दुख सुख बयान करेगा ते तेरी जीवन दी जिहड़ी घाट है वो बड़ी सोहणी बन जाएगी। अगले बंदे विच कृपा करदे, अमृत नाम निर्मोलक हीरा। निर्मोलक तो भाव जिसका कोई मुल नहीं पा सकता। मुल नहीं, साडे कोल इन्नी समर्था है कि भी असीं नाम की कोई कीमत दे सकते। ते प्रभु का जिहड़ा आत्मिक जीवन देने वाला नाम है वो निर्मोलक हीरा है। ते गुरु दीनो मनतानी, गुरु दे रारे नूं सिहारी है। गुरु ने मेरे मन दे विच वो दृढ़ करा दिता है। जिहड़ा सुख देने वाला रब जी का नाम है, वो गुरु ने कृपा करके मेरे हृदय विच, मेरे मन दे विच पक्का करा दिता है। ते डिगे ना डोले, मेरे जीवन दे विच ये नाम दृढ़ हो गया। वो कदे भी अपने सिद्धांतां तो, गुरु दे सिद्धांतां तो, अपने गुरु दे रस्ते तो कदे नहीं डिगदा। डिगे ना डोले, वो फिर डगमग छाड़ देता है। फिर वो तो दृढ़ विश्वास रब दे उत्ते हुंदा है, वो चार कमरे पास किसी अगे नहीं झुकदा। देखो जो असीं साहिबजादे का जीवन पढ़ते हैं, निकड़ी जी उम्र है, पर जिन्ने को लालच दे सकते सन उन्होंने दिते, पर वो अपने सिद्धांत तो दृढ़ रहे, उते कदे दिल जो के ढिले नहीं, सिद्धांत नहीं छड्डिया। जिन्हां ने अपने हृदय विच नाम नूं दृढ़ कर लिया गुरु दे राही, ते वो जीवन दे विच फिर डोलदे नहीं, रब दे आसरे तो अपनी जिंदगी व्यतीत करदे हैं। रब दा पल्ला छड़ के फिर किसी होर दा आसरा नहीं पालदे। कहते डिगै ना डोलै, दृढ़ कर गए उन्होंने जीवन की दृढ़ता आ जाती है। ते पूर्ण होए तृप्तानी, वो माया वालों पूर्ण तौर पर संतोखी जीवन हो जाता है। उन्होंने जीवन में संतोख आ जाता है, वो रज जाते। कहते ओए जो बीज हम तुम कछ होते, तिनकी बात पिलानी। साडे अंदर ते रब दे अंदर जिहड़ी विचकार एक कंध है, वो मैं मेरी दी है, मेर तेर दी है। ते जिहड़ी वो मेर तेर दी भावना है, उहदे करके रब दे नाल साडा मिलाप नहीं हुंदा। रब तो साडी दूरी बनी हुई है। पर जदों गुरु ने कृपा करके वो अमोलक नाम, आत्मिक जीवन देने वाला नाम हृदय विच दृढ़ करा दिता, ते कोई जो बीच हम तुम कछ होते, जिहड़ी मेर तेर वाली भावना सी, वो मुक गई। कोई जो बीच हम तुम कछ होते, तिनकी बात बिलानी। अलंकार में फैली हुई है, ताते कने उखारी। अलंकार कहते गहने, जिवें कि एक धात दे बने हुए गहने ने, गहने नूं वेख के इवें लगदा सी कि वे कोई दूजी किस्म दा गहना है। उन्हां दी किस्मां वक्खरियां वक्खरियां लगदियां सन, पर जदों कुठारी दे विच पा के सुनियारे ने उन्हां नूं ढाल लिया, ते वो एक ढेरी बन के रह गए, सोना ही बन गया खाली। उन्हां दे विचों जिहड़ा वितकरा सी, वक्रे वक्रे गहने सन, भावें वो कड़ा होवे, भावें वो काटे होण, भावें वो गल दे विच पाया होया हार होवे। जदों कुठारी दे विच पा के उसनूं पिघलाया, ते वो इक्को सोना ही बन गया, सारियां दी मेल ते खत्म हो गई। इवें करके जदों नाम साडे हृदय विच दृढ़ हो गया, फिर तो ही मोही, मोही तो ही अंतर कैसा। रब दे विच ते साडे विच सारे फर्क दूर हो गए, वितकरे दूर हो गए। ते सदा प्रगटियो जोत सहज सुख शोभा, बाजे अनहत बानी। जदों साडे अंदर रब दी जोत प्रगट हो गई, जोत किवें प्रगट हुई? गुरु साखी जोत प्रगट हुए। गुरु की सिक्ख्या के राही साडे अंदर वो जोत प्रगट हो सकती है। तो जिन्हां दे अंदर वो जोत प्रगट हो गई, रब की जोत प्रगट हो गई, रब का नाम जिन्हां दे हृदय विच आ गया, ते सहज सुख उन्हां दे जीवन विच अडोलता आ गई, उन्हां दे जीवन विच आनंद आ गया, सुख आ गया, ते उन्हां दी शोभा हर पासे खिलर जाती है। ते बाजे अनहत बानी, अनहत तो भाव जिहड़े एक रस बाजे बजदे, भाव उन्हां दे जीवन विच हमेशा खेड़ा बनिया रहता है। ते अखीर दे विच गुरु अर्जन पातशाह कृपा करदे ने कि कहो नानक निहचल घर बांधियो, गुर कीओ बरवै।
ਜਿਨ੍ਹਾਂ ਵਾਸਤੇ ਗੁਰੂ ਨੇ ਇਹੋ ਜਿਹੇ ਪ੍ਰਬੰਧ ਕਰ ਦਿੱਤੇ, ਜਿਨ੍ਹਾਂ ਨੂੰ ਇਹ ਦ੍ਰਿੜ ਕਰਾ ਦਿੱਤਾ ਕਿ ਸਭਨਾ ਜੀਆਂ ਕਾ ਇੱਕ ਦਾਤਾ, ਇੱਕ ਰੱਬ ਦੀ ਆਸ ਤੇ ਆਪਣੀ ਜ਼ਿੰਦਗੀ ਬਤੀਤ ਕਰ, ਇੱਕ ਰੱਬ ਦਾ ਆਸਰਾ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਨੇ ਦ੍ਰਿੜ ਕਰਾ ਦਿੱਤਾ ਤੇ ਉਹਨਾਂ ਨੂੰ ਨਿਹਚਲ ਘਰ ਪ੍ਰਾਪਤ ਹੋ ਗਿਆ। ਭਾਵ ਉਹ ਹੁਣ ਇਕਾਲ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ, ਜਿੱਥੇ ਕਿ ਨਾ ਹੁਣ ਮੌਤ ਹੈ, ਉਹ ਆਤਮਿਕ ਜੀਵਨ ਸਦੀ ਵੀ ਜੀਵਨ ਪ੍ਰਾਪਤ ਕਰ ਲੈਂਦੇ। ਤੇ ਇਹਨਾਂ ਪਾਵਨ ਬਚਨਾਂ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਕਿਰਪਾ ਕੀਤੀ ਹੈ ਭਾਈ, ਜਿੰਨੇ ਵੀ ਸੰਸਾਰ ਦੇ ਆਸਰੇ ਨੇ ਉਹ ਸਾਰੇ ਮਿੱਥਿਆ ਨੇ, ਇੱਕ ਦਿਨ ਨਾਸ਼ ਹੋ ਜਾਣਗੇ, ਪਰ ਇੱਕੋ ਇੱਕ ਪ੍ਰਭੂ ਪਰਮਾਤਮਾ ਦਾ ਆਸਰਾ ਹੈ, ਜਿਹੜੀ ਸਾਡੀ ਅੰਦਰ ਦੀ ਵੇਦਨਾ ਸੁਣਨ ਵਾਲਾ ਹੈ, ਸਾਡੀਆਂ ਅਰਦਾਸਾਂ ਪੂਰੀਆਂ ਕਰਨ ਵਾਲਾ ਹੈ, ਜੋ ਹੀ ਰੱਬ ਹੈ ਜਿਹੜੀ ਸਾਡੀ ਸਾਰੀਆਂ ਇੱਛਾਵਾਂ ਪੂਰੀਆਂ ਕਰ ਸਕਦਾ ਹੈ। ਤੇ ਸਤਿਗੁਰੂ ਕਿਰਪਾ ਨੇ ਸਾਰੇ ਆਸੇ ਛੱਡ ਕੇ ਇੱਕ ਪ੍ਰਭੂ ਪਰਮਾਤਮਾ ਦੀ ਆਸ ਆਪਣੇ ਹਿਰਦੇ ਵਿੱਚ ਦ੍ਰਿੜ ਕਰ। ਸੋ ਇੰਨੀ ਕੁ ਬੇਨਤੀ ਕਰਦਾ ਅਰਦਾਸ ਕਿ ਮਹਾਰਾਜ ਆਚਕ ਹੈ ਉਹਨਾਂ ਚੁੱਕਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ। ਆਪ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।